ਸਬਤ ਦੇ ਦਿਨ ਦੀ ਆਰਾਧਨਾ ਦਾ ਆਸ਼ੀਸ਼ਿਤ ਸਮਾਂ ਆ ਗਿਆ ਹੈ। ਅੱਜ ਆਓ ਅਸੀਂ ਸਵਰਗ ਦੀ ਕੀਮਤ ਅਤੇ ਸੰਸਾਰ ਦੀ ਕੀਮਤ ਉਪਦੇਸ਼ ਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਸਵਰਗ ਦੀ ਕੀਮਤ ਅਤੇ ਇਸ ਸੰਸਾਰ ਦੀ ਕੀਮਤ ਇਸ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਕਿਸ ਨੂੰ ਜ਼ਿਆਦਾ ਕੀਮਤੀ ਮੰਨਦੇ ਹਾਂ। ਕੁਝ ਲੋਕਾਂ ਕੋਲ ਸਵਰਗ ਲਈ ਜ਼ਿਆਦਾ ਆਸ ਹੈ ਅਤੇ ਕੁਝ ਲੋਕ ਪਰਮੇਸ਼ਵਰ ਦੇ ਰਾਜ ਦਾ ਕੰਮ ਕਰਨ ਲਈ ਆਲਸੀ ਹਨ। ਬਾਅਦ ਵਾਲੇ ਲੋਕ ਸੰਸਾਰਿਕ ਇੱਛਾਵਾਂ ਅਤੇ ਲਾਲਚ ਵਿੱਚ ਫਸ ਕੇ ਆਪਣੇ ਪੂਰੇ ਵਿਸ਼ਵਾਸ ਦੇ ਜੀਵਨ ਵਿੱਚ ਸਮਾਂ ਬਰਬਾਦ ਕਰਨਗੇ। ਫਿਰ ਕਿਹੜੀ ਵੱਡੀ ਹੈ, ਸੰਸਾਰ ਦੀ ਕੀਮਤ ਜਾਂ ਸਵਰਗ ਦੀ ਕੀਮਤ? ਸਿਧਾਂਤਿਕ ਦ੍ਰਿਸ਼ਟੀਕੋਣ ਨਾਲ ਹਰ ਕੋਈ ਕਹਿੰਦਾ ਹੈ ਕਿ ਸਵਰਗ ਦੀ ਕੀਮਤ ਜ਼ਿਆਦਾ ਹੈ। ਹਾਲਾਂਕਿ ਸਾਡੇ ਪੂਰੇ ਵਿਸ਼ਵਾਸ ਦੇ ਜੀਵਨ ਵਿੱਚ ਸਾਡੇ ਮਨ ਕਦੇ-ਕਦੇ ਸਵਰਗ ਦੀ ਤੁਲਨਾ ਵਿੱਚ ਇਸ ਸੰਸਾਰ ਦੇ ਮਾਮਲਿਆਂ ਨੂੰ ਜ਼ਿਆਦਾ ਕੀਮਤ ਦਿੰਦੇ ਹਨ। ਫਿਰ ਵੀ ਅਜਿਹੇ ਲੋਕ ਹਨ ਜੋ ਸਵਰਗ ਦੇ ਮਾਮਲਿਆਂ ਨੂੰ ਜ਼ਿਆਦਾ ਕੀਮਤ ਦਿੰਦੇ ਹੋਏ ਵਿਸ਼ਵਾਸ ਦੀ ਦੌੜ ਵਿੱਚ ਯਤਨ ਨਾਲ ਦੌੜ ਰਹੇ ਹਨ। ਕੀ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਨੂੰ ਜਿਉਂਦੇ ਹੋਏ ਇਸ ਸੰਸਾਰ ਦੀਆਂ ਚੀਜ਼ਾਂ ਨੂੰ ਜ਼ਿਆਦਾ ਕੀਮਤ ਦੇ ਰਹੇ ਹਾਂ ਅਤੇ ਸਿਰਫ ਜਦੋਂ ਅਸੀਂ ਚਰਚ ਵਿੱਚ ਆਉਂਦੇ ਹਾਂ ਤਾਂ ਸਵਰਗ ਦੀ ਕੀਮਤ ਬਾਰੇ ਸੋਚਦੇ ਹਾਂ? ਆਓ ਅਸੀਂ ਸਭ ਮਿਲ ਕੇ ਇਸ ਵਿਸ਼ੇ ਤੇ ਡੂੰਘਾਈ ਨਾਲ ਵਿਚਾਰ ਕਰੀਏ। ਜਦੋਂ ਅਸੀਂ ਇਸ ਦੇ ਬਾਰੇ ਸੋਚਦੇ ਹਾਂ ਕਿ ਸੰਸਾਰ ਦੀਆਂ ਵਸਤੂਆਂ ਅਤੇ ਸਵਰਗ ਦੀਆਂ ਵਸਤੂਆਂ ਵਿੱਚੋਂ ਅਸੀਂ ਕਿਸ ਨੂੰ ਜ਼ਿਆਦਾ ਕੀਮਤੀ ਮੰਨਦੇ ਹਾਂ, ਫਿਰ ਅਸੀਂ ਦੇਖ ਸਕਦੇ ਹਾਂ ਕਿ ਜੋ ਲੋਕ ਇਸ ਸੰਸਾਰ ਦੇ ਮਾਮਲਿਆਂ ਨੂੰ ਜ਼ਿਆਦਾ ਕੀਮਤ ਦਿੰਦੇ ਹਨ ਉਹ ਇਸ ਸੰਸਾਰ ਦੀਆਂ ਚੀਜ਼ਾਂ ਬਾਰੇ ਜ਼ਿਆਦਾ ਗੱਲਾਂ ਕਰਦੇ ਹਨ। ਇਹ ਉਹਨਾਂ ਲੋਕਾਂ ਦੀ ਇੱਕ ਵੱਖਰੀ ਵਿਸ਼ੇਸ਼ਤਾ ਹੈ। ਜੋ ਲੋਕ ਸਵਰਗ ਦੀਆਂ ਵਸਤੂਆਂ ਨੂੰ ਜ਼ਿਆਦਾ ਕੀਮਤ ਦਿੰਦੇ ਹਨ ਉਹ ਹਨ ਜੋ ਹਰ ਦਿਨ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਦੇ ਹਨ ਅਤੇ ਸੰਸਾਰ ਦੇ ਸਾਰੇ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਅਸੀਂ ਜੋ ਕਹਿੰਦੇ ਹਾਂ ਉਸ ਦਾ ਲਗਭਗ 98% ਸਾਡੇ ਦਿਮਾਗ ਉੱਤੇ ਅੰਕਿਤ ਹੁੰਦਾ ਹੈ। ਫਿਰ ਉਹਨਾਂ ਲੋਕਾਂ ਦਾ ਕੀ ਹੋਵੇਗਾ ਜੋ ਸਵਰਗ ਨਾਲ ਸੰਬੰਧਿਤ ਮਾਮਲਿਆਂ ਬਾਰੇ ਬਹੁਤ ਗੱਲਾਂ ਕਰਦੇ ਹਨ? ਆਓ ਅਸੀਂ ਮੁਕਤੀ ਪਾਉਣ ਲਈ ਮਸੀਹ ਆਨਸੰਗ ਹੋਂਗ ਜੀ ਉੱਤੇ ਵਿਸ਼ਵਾਸ ਕਰੀਏ। ਆਓ ਅਸੀਂ ਫਸਾਦ ਦਾ ਪਰਮ ਮਨਾਈਏ ਅਤੇ ਸਦੀਪਕ ਜੀਵਨ ਪਾਈਏ। ਆਓ ਅਸੀਂ ਸਵਰਗੀ ਮਾਤਾ ਜੀ ਉੱਤੇ ਵਿਸ਼ਵਾਸ ਕਰੀਏ ਅਤੇ ਇਕੱਠੇ ਸਵਰਗ ਜਾਈਏ। ਅਜਿਹੇ ਲੋਕ ਹਨ ਜੋ ਇਹਨਾਂ ਗੱਲਾਂ ਨੂੰ ਹਰ ਸਮੇਂ ਕਹਿੰਦੇ ਹਨ ਅਤੇ ਅਜਿਹੇ ਲੋਕ ਹਨ ਜੋ ਇਹਨਾਂ ਗੱਲਾਂ ਨੂੰ ਬਹੁਤ ਲੰਬੇ ਸਮੇਂ ਵਿੱਚ ਇੱਕ ਵਾਰ ਕਹਿੰਦੇ ਹਨ। ਫਿਰ ਤੁਹਾਨੂੰ ਕੀ ਲੱਗਦਾ ਹੈ ਕਿਸ ਦੇ ਦਿਮਾਗ ਵਿੱਚ ਸਵਰਗ ਦੀ ਜ਼ਿਆਦਾ ਕੀਮਤ ਹੋਰ ਜ਼ਿਆਦਾ ਚਿਤਰਿਤ ਹੋਵੇਗੀ? ਕਿ ਤੁਹਾਨੂੰ ਨਹੀਂ ਲੱਗਦਾ ਕਿ ਜੋ ਲੋਕ ਯਤਨ ਨਾਲ ਪ੍ਰਚਾਰ ਕਰਦੇ ਹਨ, ਮਿਹਨਤ ਨਾਲ ਪਰਮੇਸ਼ਵਰ ਦੇ ਵਚਨ ਦੀ ਗਵਾਹੀ ਦਿੰਦੇ ਹਨ ਅਤੇ ਪਰਮੇਸ਼ਵਰ ਦੇ ਵਚਨ ਨਾਲ ਜਿਉਂਦੇ ਹਨ, ਉਹਨਾਂ ਦੇ ਦਿਮਾਗ ਉੱਤੇ ਪਰਮੇਸ਼ਵਰ ਦੇ ਵਚਨਾਂ ਦੇ ਚਿਤਰਿਤ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ? ਇਸ ਦੇ ਸੰਬੰਧ ਵਿੱਚ ਪਰਮੇਸ਼ਵਰ ਨੇ ਸਾਨੂੰ ਕੀ ਕਰਨ ਲਈ ਕਿਹਾ? ਵੇਲੇ ਅਤੇ ਕੁਵੇਲੇ ਵਚਨ ਦਾ ਪ੍ਰਚਾਰ ਕਰ। ਬਾਈਬਲ ਦੀਆਂ ਸਾਰੀਆਂ 66 ਪੁਸਤਕਾਂ ਇਹ ਸਿੱਖਿਆ ਦਿੰਦੀਆਂ ਹਨ। ਅਜਿਹਾ ਕਰਨ ਵਾਲੇ ਲੋਕ ਸਵਰਗ ਦੀ ਬੇਅੰਤ ਕੀਮਤ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਰੱਖ ਸਕਦੇ ਹਨ। ਹਾਲਾਂਕਿ ਉਹਨਾਂ ਲੋਕਾਂ ਦੇ ਬਾਰੇ ਕੀ ਜੋ ਹਮੇਸ਼ਾ ਸਿਰਫ ਇਸ ਸੰਸਾਰ ਨਾਲ ਸੰਬੰਧਿਤ ਮਾਮਲਿਆਂ ਬਾਰੇ ਗੱਲ ਕਰਦੇ ਹਨ? ਇਹ ਕਿਹਾ ਜਾਂਦਾ ਹੈ ਕਿ ਸਾਡੇ ਮੂੰਹ ਤੋਂ ਜੋ ਨਿਕਲਦਾ ਹੈ ਉਸ ਦਾ 98% ਦਿਮਾਗ ਵਿੱਚ ਪਹੁੰਚਦਾ ਹੈ ਅਤੇ ਉਸ ਉੱਤੇ ਚਿਤਰਿਤ ਹੁੰਦਾ ਹੈ। ਫਿਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਲੋਕ ਜੋ ਸੰਸਾਰ ਦੇ ਹਨ ਉਹਨਾਂ ਵਿੱਚ ਸਵਰਗ ਦੀਆਂ ਚੀਜ਼ਾਂ ਤੋਂ ਜ਼ਿਆਦਾ ਇਸ ਸੰਸਾਰ ਦੀਆਂ ਗੱਲਾਂ ਚਿਤਰਿਤ ਹੋਣਗੀਆਂ? ਕੀ ਇਹ ਕੁਦਰਤੀ ਨਹੀਂ ਹੋਵੇਗਾ ਕਿ ਉਹਨਾਂ ਲੋਕਾਂ ਉੱਤੇ ਸੰਸਾਰਿਕ ਚੀਜ਼ਾਂ ਹੋਰ ਜ਼ਿਆਦਾ ਚਿਤਰਿਤ ਹੋਣਗੀਆਂ? ਇਸ ਕਾਰਨ ਸਾਨੂੰ ਸਵਰਗੀ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਕਿ ਆਓ ਅਸੀਂ ਉਹ ਗੱਲਾਂ ਬੋਲੀਏ ਜੋ ਪਰਮੇਸ਼ਵਰ ਨੇ ਸਾਨੂੰ ਜ਼ਿਆਦਾ ਵਾਰ ਬੋਲਣ ਲਈ ਸਿਖਾਈਆਂ ਹਨ। ਧੰਨਵਾਦ। ਮੈਂ ਅੱਜ ਬਹੁਤ ਖੁਸ਼ ਹਾਂ। ਮੈਂ ਇਹ ਵਰਣਨ ਵੀ ਨਹੀਂ ਕਰ ਸਕਦਾ ਕਿ ਮੈਂ ਕਿੰਨਾ ਖੁਸ਼ ਹਾਂ ਕਿ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਕਿ ਇੱਕ ਸ਼ਾਨਦਾਰ ਭਵਿੱਖ ਮੇਰੀ ਉਡੀਕ ਕਰ ਰਿਹਾ ਹੈ। ਕੀ ਹੋਵੇਗਾ ਜੇਕਰ ਤੁਸੀਂ ਕਹੋ ਮੈਂ ਉਦਾਸ ਹਾਂ, ਮੈਂ ਇਕੱਲਾ ਹਾਂ, ਮੈਂ ਥੱਕ ਗਿਆ ਹਾਂ, ਅੱਜ ਜੋ ਕੁਝ ਹੋਇਆ ਉਸ ਤੋਂ ਮੈਂ ਪਰੇਸ਼ਾਨ ਹਾਂ? ਇਨ੍ਹਾਂ ਵਿੱਚੋਂ 98% ਸ਼ਬਦ ਤੁਹਾਡੇ ਦਿਮਾਗ ਉੱਤੇ ਚਿਤਰਿਤ ਹੁੰਦੇ ਹਨ ਅਤੇ ਉਹ ਸਾਰੀਆਂ ਚੀਜ਼ਾਂ ਤੁਹਾਡੇ ਵਿੱਚ ਰਹਿੰਦੀਆਂ ਹਨ ਜਦ ਕਿ ਤੁਸੀਂ ਇਸ ਬਾਰੇ ਸੁਚੇਤ ਵੀ ਨਹੀਂ ਹੁੰਦੇ। ਜਦੋਂ ਤੁਸੀਂ ਇਸ ਨੂੰ ਜਾਣਦੇ ਵੀ ਨਹੀਂ ਹੋ ਉਦੋਂ ਉਹ ਤੁਹਾਡੇ ਭਵਿੱਖ ਦਾ ਚਰਿੱਤਰ ਬਣਾਉਂਦੇ ਹਨ। ਕੁਝ ਦਿਨ ਪਹਿਲਾਂ ਮੈਨੂੰ ਇੱਕ ਈਮੇਲ ਮਿਲਿਆ ਸੀ। ਈਮੇਲ ਵਿੱਚ ਕਿਹਾ ਗਿਆ ਕਿ ਅਣਜਾਣੇ ਵਿੱਚ ਸਾਡੇ ਦਿਮਾਗ ਉੱਤੇ ਅੰਕਿਤ ਇੱਕ ਨਕਾਰਾਤਮਕ ਟਿੱਪਣੀ ਤੋਂ ਛੁਟਕਾਰਾ ਪਾਉਣ ਲਈ ਸਾਨੂੰ 1000 ਸਕਾਰਾਤਮਕ ਟਿੱਪਣੀਆਂ ਦੀ ਲੋੜ ਹੈ। ਇਸ ਲਈ ਭਰਾਵੋ ਅਤੇ ਭੈਣੋ, ਹੁਣ ਤੋਂ ਕਿਰਪਾ ਕਰਕੇ ਇਸ ਸੰਸਾਰ ਦੇ ਸ਼ਬਦਾਂ ਦੀ ਜ਼ਿਆਦਾ ਵਰਤੋਂ ਨਾ ਕਰੋ। ਉਸ ਦੇ ਬਜਾਏ ਜਦੋਂ ਵੀ ਅਸੀਂ
ਦੂਸਰਿਆਂ ਨਾਲ ਗੱਲ ਕਰੀਏ ਉਦੋਂ ਸਾਨੂੰ ਸਿਰਫ ਸਵਰਗ ਨਾਲ ਸੰਬੰਧਿਤ ਸ਼ਬਦਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਹ ਉਦੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਉਪਦੇਸ਼ ਦਾ ਪ੍ਰਚਾਰ ਕਰਨ ਲਈ ਲਗਨ ਨਾਲ ਅਭਿਆਸ ਕਰਦੇ ਹਾਂ ਅਤੇ ਲਗਾਤਾਰ ਲੋਕਾਂ ਨੂੰ ਪਿਤਾ ਜੀ ਅਤੇ ਮਾਤਾ ਜੀ ਉੱਤੇ ਵਿਸ਼ਵਾਸ ਕਰਨ ਲਈ ਕਹਿੰਦੇ ਹਾਂ, ਜਿਸ ਤੋਂ ਉਹ ਸਦੀਪਕ ਜੀਵਨ ਅਤੇ ਪਾਪਾਂ ਦੀ ਮਾਫੀ ਪਾ ਸਕਣ ਅਤੇ ਸਵਰਗ ਜਾ ਸਕਣ। ਕਿ ਇਹ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਨਹੀਂ ਹੋਣਾ ਚਾਹੀਦਾ? ਅਜਿਹਾ ਇਸ ਲਈ ਹੈ ਕਿਉਂਕਿ ਇਸ ਤਰ੍ਹਾਂ ਅਸੀਂ ਉਹਨਾਂ ਸ਼ਬਦਾਂ ਨੂੰ ਆਪਣੇ ਦਿਮਾਗ ਉੱਤੇ ਚਿਤਰਿਤ ਕਰ ਸਕਦੇ ਹਾਂ ਅਤੇ ਹਰ ਦਿਨ ਸਵਰਗ ਦੀ ਮਹਾਨ ਕੀਮਤ ਨੂੰ ਵੱਧ ਤੋਂ ਵੱਧ ਮਹਿਸੂਸ ਕਰ ਸਕਦੇ ਹਾਂ। ਅੱਜ ਅਸੀਂ ਸਵਰਗ ਦੀ ਕੀਮਤ ਅਤੇ ਸੰਸਾਰ ਦੀ ਕੀਮਤ ਦੀ ਤੁਲਨਾ ਕਰ ਰਹੇ ਹਾਂ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਸਾਡੇ ਦਿਮਾਗ ਤੋਂ ਸਿਰਫ ਇੱਕ ਨਕਾਰਾਤਮਕ ਟਿੱਪਣੀ ਨੂੰ ਹਟਾਉਣ ਲਈ 1000 ਸਕਾਰਾਤਮਕ ਟਿੱਪਣੀਆਂ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਇਹ ਸਾਡੀਆਂ ਬੋਲਣ ਵਾਲੀਆਂ ਗੱਲਾਂ ਵਿੱਚ ਸਾਵਧਾਨ ਰਹਿਣ ਦੀ ਜ਼ਰੂਰਤ ਉੱਤੇ ਚਾਨਣ ਨਹੀਂ ਪਾਉਂਦਾ। ਜਦੋਂ ਮੈਨੂੰ ਇਹ ਈਮੇਲ ਪ੍ਰਾਪਤ ਹੋਇਆ, ਫਿਰ ਮੈਂ ਆਪਣੇ ਮਨ ਵਿੱਚ ਸੋਚਿਆ, ਜਦੋਂ ਵੀ ਮੈਂ ਗੱਲ ਕਰਾਂ ਤਾਂ ਮੈਨੂੰ ਮੇਰੇ ਬੋਲੇ ਜਾਣ ਵਾਲੇ ਸ਼ਬਦਾਂ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਪਰਮੇਸ਼ਵਰ ਸਾਡੇ ਨਾਲ ਹੈ। ਫਿਰ ਮੈਂ ਖੁਸ਼ਖਬਰੀ ਪ੍ਰਚਾਰ ਕਰਦੇ ਸਮੇਂ ਕਿਸ ਗੱਲ ਤੋਂ ਡਰਾਂ? ਮੈਨੂੰ ਹੋਰ ਜ਼ਿਆਦਾ ਦਲੇਰ ਬਣਨ ਅਤੇ ਸਿਯੋਨ ਦੇ ਪਰਿਵਾਰ ਦੇ ਮੈਂਬਰਾਂ ਨਾਲ ਸਵਰਗ ਵੱਲ ਊਰਜਾਵਾਨ ਰੂਪ ਨਾਲ ਦੌੜਨ ਦੀ ਜ਼ਰੂਰਤ ਹੈ। ਫਿਰ ਕੱਲ ਰਾਤ ਮੈਂ ਖੁਦ ਨੂੰ ਇਹ ਸੁਣਾਇਆ। ਮੈਂ ਸੱਚਮੁੱਚ ਖੁਸ਼ ਹਾਂ। ਮੇਰੇ ਕੋਲ ਧੰਨਵਾਦੀ ਹੋਣ ਲਈ ਬਹੁਤ ਸਾਰੀਆਂ ਗੱਲਾਂ ਹਨ। ਜਦੋਂ ਮੈਂ ਸਵਰਗ ਵਿੱਚ ਜਾਵਾਂਗਾ ਤਦ ਪਰਮੇਸ਼ਵਰ ਨੇ ਮੇਰੇ ਲਈ ਸ਼ਾਹੀ ਜਾਜਕ ਅਹੁਦਾ ਪ੍ਰਾਪਤ ਕਰਨ ਲਈ ਸੀਟ ਵੀ ਤਿਆਰ ਕੀਤੀ ਹੈ। ਪਰਮੇਸ਼ਵਰ ਮੇਰੇ ਜਲਦੀ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ। ਪਰ ਇਸ ਪਾਪੀ ਲਈ ਅਜਿਹੀ ਕਿਰਪਾ ਪ੍ਰਾਪਤ ਕਰਨਾ ਕੀ ਅਸਲ ਵਿੱਚ ਠੀਕ ਹੈ? ਜਦੋਂ ਵੀ ਮੈਂ ਇਸ ਬਾਰੇ ਸੋਚਦਾ ਹਾਂ ਤਾਂ ਖੁਸ਼ੀ ਨਾਲ ਭਰ ਜਾਂਦਾ ਹਾਂ। ਮੈਂ ਖੁਦ ਨੂੰ ਇਹ ਸ਼ਬਦ ਵਾਰ-ਵਾਰ ਸੁਣਾਏ ਕਿਉਂਕਿ ਅਜਿਹਾ ਕਿਹਾ ਜਾਂਦਾ ਹੈ ਕਿ ਅਸੀਂ ਜੋ ਕਹਿੰਦੇ ਹਾਂ ਉਸ ਦਾ 98% ਅਣਜਾਣੇ ਵਿੱਚ ਸਾਡੇ ਦਿਮਾਗ ਉੱਤੇ ਚਿਤਰਿਤ ਹੁੰਦਾ ਹੈ। ਜਦੋਂ ਮੈਂ ਇਹਨਾਂ ਸ਼ਬਦਾਂ ਨੂੰ ਉੱਚੀ ਆਵਾਜ਼ ਨਾਲ ਕਿਹਾ ਤਾਂ ਇਹ ਉਸ ਅਹਿਸਾਸ ਤੋਂ ਵੱਖਰਾ ਸੀ ਜਦੋਂ ਮੈਂ ਇਸ ਬਾਰੇ ਸਿਰਫ ਸੋਚਿਆ ਸੀ। ਮੈਂ ਇਹਨਾਂ ਮਾਮਲਿਆਂ ਬਾਰੇ ਡੂੰਘਾਈ ਨਾਲ ਸੋਚਿਆ। ਮੈਂ ਜਲਦੀ ਹੀ ਸਵਰਗ ਜਾਵਾਂਗਾ। ਮੈਂ ਬ੍ਰਹਮਾਂਡ ਵਿੱਚ ਸਵਰਗੀ ਮਾਤਾ ਜੀ, ਸਵਰਗੀ ਪਿਤਾ ਜੀ, ਆਪਣੇ ਸਭ ਸਵਰਗੀ ਪਰਿਵਾਰ ਅਤੇ ਲੱਖਾਂ ਸਵਰਗਦੂਤਾਂ ਨਾਲ ਯਾਤਰਾ ਕਰਾਂਗਾ। ਅਚਾਨਕ ਇਹ ਸਭ ਵਿਚਾਰ ਮੇਰੇ ਦਿਮਾਗ ਵਿੱਚੋਂ ਦੌੜ ਗਏ। ਬੇਸ਼ੱਕ ਪਰਮੇਸ਼ਵਰ ਦੇ ਕਾਰਨ ਮੈਂ ਹਮੇਸ਼ਾ ਸ਼ਾਂਤੀ ਵਿੱਚ ਰਿਹਾ ਹਾਂ, ਪਰ ਉਸ ਰਾਤ ਸੌਣ ਤੋਂ ਪਹਿਲਾਂ ਜਦੋਂ ਮੈਂ ਅਸਲ ਵਿੱਚ ਇਸ ਨੂੰ ਆਪਣੇ ਮੂੰਹੋਂ ਉੱਚੀ ਆਵਾਜ਼ ਨਾਲ ਕਿਹਾ ਤਦ ਕਈ ਗੱਲਾਂ ਜਿਨ੍ਹਾਂ ਲਈ ਮੈਂ ਧੰਨਵਾਦੀ ਮਹਿਸੂਸ ਕਰਦਾ ਸੀ, ਜਿਨ੍ਹਾਂ ਬਾਰੇ ਮੈਂ ਪਹਿਲਾਂ ਕਦੇ ਨਹੀਂ ਸੋਚਿਆ ਸੀ, ਮੇਰੇ ਮਨ ਵਿੱਚ ਉਛਲ ਪਈਆਂ। ਸਿਯੋਨ ਦੇ ਸਭ ਪਰਿਵਾਰ ਦੇ ਮੈਂਬਰੋ, ਆਓ ਅਸੀਂ ਇਹ ਕਦੇ ਨਾ ਭੁੱਲੀਏ ਕਿ ਅਸੀਂ ਪਰਮੇਸ਼ਵਰ ਵਿੱਚ ਹਾਂ ਅਤੇ ਆਓ ਅਸੀਂ ਹਮੇਸ਼ਾ ਕਹੀਏ, ਮੈਂ ਬਹੁਤ ਖੁਸ਼ ਹਾਂ, ਮੈਂ ਬਹੁਤ ਧੰਨਵਾਦੀ ਹਾਂ, ਮੈਂ ਬਹੁਤ ਆਨੰਦਿਤ ਹਾਂ। ਜਲਦੀ ਹੀ ਅਸੀਂ ਉਸ ਮਹਿਮਾ ਵਿੱਚ ਦਾਖਲ ਹੋਵਾਂਗੇ ਜਿਸ ਨੂੰ ਪਰਮੇਸ਼ਵਰ ਸਾਡੇ ਲਈ ਖੋਲਣਗੇ। ਇਸ ਧਰਤੀ ਦੀਆਂ ਚੀਜ਼ਾਂ ਅਸਥਾਈ ਹਨ ਪਰ ਸਵਰਗੀ ਚੀਜ਼ਾਂ ਸਦੀਪਕ ਹਨ। ਦੂਸਰਿਆਂ ਨੇ ਨਹੀਂ, ਪਰ ਅਸੀਂ ਪਰਮੇਸ਼ਵਰ ਤੋਂ ਸਦੀਪਕ ਆਸੀਸ਼ਾਂ ਨੂੰ ਪ੍ਰਾਪਤ ਕਰਨ ਦਾ ਇੱਕ ਵਾਅਦਾ ਅਤੇ ਪਰਮੇਸ਼ਵਰ ਦਾ ਕੰਮ ਕਰਨ ਦਾ ਮੌਕਾ ਪ੍ਰਾਪਤ ਕੀਤਾ ਹੈ। ਤਾਂ ਸਾਨੂੰ ਇਸ ਸੰਸਾਰ ਦੇ ਉੱਚੇ ਅਧਿਕਾਰੀਆਂ ਤੋਂ ਈਰਖਾ ਕਿਉਂ ਕਰਨੀ ਚਾਹੀਦੀ ਹੈ? ਇਸ ਧਰਤੀ ਦੀ ਤੁਲਨਾ ਸਵਰਗ ਨਾਲ ਕਰੀਏ ਤਦ ਧਰਤੀ ਬਾਲਟੀ ਦੀ ਇੱਕ ਬੂੰਦ ਵਰਗੀ ਹੈ, ਜਦਕਿ ਸਵਰਗੀ ਦੇਸ਼ ਵਿੱਚ ਤਿਆਰ ਕੀਤੀ ਗਈ ਵਿਰਾਸਤ ਵੱਡੀ ਅਤੇ ਸਦੀਪਕ ਹੈ। ਅਚਾਨਕ ਉਹ ਜਿਸ ਨੂੰ ਕਿਸੇ ਅੱਖ ਨੇ ਨਹੀਂ ਦੇਖਿਆ, ਕਿਸੇ ਕੰਨ ਨੇ ਨਹੀਂ ਸੁਣਿਆ ਅਤੇ ਕਿਸੇ ਦੇ ਮਨ ਵਿੱਚ ਨਹੀਂ ਆਇਆ, ਸਾਨੂੰ ਬਹੁਤ ਜਲਦੀ ਦਿੱਤਾ ਜਾਵੇਗਾ। ਜਦੋਂ ਮੈਂ ਪਿੱਛੇ ਮੁੜ ਕੇ ਉਹ ਦੇਖਦਾ ਹਾਂ ਜੋ ਅੱਜ ਤੱਕ ਹੋਇਆ ਹੈ ਅਤੇ ਸਿਯੋਨ ਦੇ ਸਾਡੇ ਸਭ ਭੈਣਾਂ ਅਤੇ ਭਰਾਵਾਂ ਨੂੰ ਲੱਭਦੇ ਹੋਏ ਸਾਡੇ ਚਰਚ ਦਾ ਵਿਕਾਸ ਕਿਵੇਂ ਹੋਇਆ ਹੈ, ਫਿਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਕਿੰਨੀ ਵਾਰ ਪਿਤਾ ਅਤੇ ਮਾਤਾ ਜੀ ਪ੍ਰਤੀ ਸਾਨੂੰ ਇਹ ਕਹਿੰਦੇ ਹੋਏ ਧੰਨਵਾਦ ਪ੍ਰਗਟ ਕਰਨਾ ਚਾਹੀਦਾ ਹੈ, ਪਿਤਾ ਅਤੇ ਮਾਤਾ ਜੀ, ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ। ਜਦੋਂ ਮੈਂ ਸੰਸਾਰ ਦੇ ਲੋਕਾਂ ਦੀ ਜੀਵਨ ਸ਼ੈਲੀ ਦੀ ਤੁਲਨਾ ਸਾਡੀ ਜੀਵਨ ਸ਼ੈਲੀ ਨਾਲ ਕਰਦਾ ਹਾਂ ਤਦ ਮੈਨੂੰ ਇੱਕ ਵਾਰ ਫਿਰ ਮਹਿਸੂਸ ਹੁੰਦਾ ਹੈ ਕਿ ਅਸੀਂ ਅਜਿਹਾ ਖੁਸ਼ ਜੀਵਨ ਜੀ ਰਹੇ ਹਾਂ ਜੋ ਤੁਲਨਾ ਤੋਂ ਬਾਹਰ ਹੈ। ਇਹ ਮੈਨੂੰ ਇੱਕ ਵਾਰ ਫਿਰ ਦ੍ਰਿੜ ਸੰਕਲਪ ਕਰਨ ਦੀ ਇਜਾਜ਼ਤ ਦਿੰਦਾ ਹੈ, ਭਾਵੇਂ ਮੇਰੇ ਰਸਤੇ ਵਿੱਚ ਕਿੰਨੇ ਵੀ ਮੁਸ਼ਕਲਾਂ ਆਉਣ, ਮੈਂ ਸਵਰਗ ਵਿੱਚ ਦਾਖਲ ਹੋਵਾਂਗਾ। ਸਿਯੋਨ ਦੇ ਪਰਿਵਾਰ ਦੇ ਸਾਰੇ ਮੈਂਬਰੋ, ਇਸ ਪਲ ਤੋਂ ਆਪਣੇ ਆਪ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕਰਦੇ ਰਹੋ, ਮੈਂ ਅਸਲ ਵਿੱਚ ਧੰਨਵਾਦੀ ਹਾਂ, ਮੈਂ ਖੁਸ਼ ਹਾਂ, ਮੈਂ ਆਨੰਦਿਤ ਹਾਂ। ਪਿਤਾ ਤੇ ਮਾਤਾ ਜੀ, ਮੇਰੇ ਲਈ ਇਹਨਾਂ ਚਮਕਦਾਰ ਭਵਿੱਖ ਖੋਲ੍ਹਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਭਾਵੇਂ ਕਿੰਨੀ ਵੀ ਮੁਸ਼ਕਲਾਂ ਕਿਉਂ ਨਾ ਆਉਣ,
ਮੈਂ ਅੰਤ ਤੱਕ ਜਿੱਥੇ ਵੀ ਤੁਸੀਂ ਮੈਨੂੰ ਲੈ ਜਾਵੋਗੇ ਉੱਥੇ ਤੁਹਾਡੇ ਸਾਰੇ ਕਦਮਾਂ ਦਾ ਪਾਲਨ ਕਰਾਂਗਾ। ਜੋ ਲੋਕ ਕਹਿੰਦੇ ਰਹਿੰਦੇ ਹਨ ਮੈਂ ਨਿਰਾਸ਼ ਹਾਂ, ਉਹਨਾਂ ਨਾਲ ਨਿਰਾਸ਼ਜਨਕ ਗੱਲਾਂ ਹੁੰਦੀਆਂ ਰਹਿੰਦੀਆਂ ਹਨ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਇੱਕ ਨਕਾਰਾਤਮਕ ਟਿੱਪਣੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ 1000 ਸਕਾਰਾਤਮਕ ਟਿੱਪਣੀਆਂ ਦੀ ਲੋੜ ਹੈ। ਇਸ ਲਈ ਸਾਨੂੰ ਲਾਪਰਵਾਹ ਹੋ ਕੇ ਆਪਣੇ ਮੂੰਹੋਂ ਸ਼ਬਦਾਂ ਨੂੰ ਨਹੀਂ ਕੱਢਣਾ ਚਾਹੀਦਾ। ਅੱਜ ਆਓ ਅਸੀਂ ਸਬਤ ਦੇ ਦਿਨ ਦੇ ਦੁਆਰਾ ਸਾਨੂੰ ਆਸ਼ੀਸ਼ ਦੇਣ ਲਈ ਪਰਮੇਸ਼ਵਰ ਨੂੰ ਧੰਨਵਾਦ ਦਈਏ। 2000 ਸਾਲ ਪਹਿਲਾਂ ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ, ਮੈਂ ਤੁਹਾਡੇ ਰਹਿਣ ਲਈ ਜਗ੍ਹਾ ਤਿਆਰ ਕਰਨ ਜਾ ਰਿਹਾ ਹਾਂ। ਇਸ ਲਈ ਸਾਡੇ ਸਵਰਗ ਜਾਣ ਤੇ ਸਾਡੇ ਲਈ ਸਵਰਗੀ ਪਿਤਾ ਨਿਵਾਸ ਸਥਾਨ ਤਿਆਰ ਕਰ ਰਹੇ ਹੋਣਗੇ ਕਿ ਪਰਮੇਸ਼ਵਰ ਦੀ ਕਿਰਪਾ ਨਾਲ ਭਰੀ ਉਸ ਦੁਨੀਆ ਦੀ ਤੁਲਨਾ ਇਸ ਸੰਸਾਰ ਦੀ ਕੀਮਤ ਨਾਲ ਕੀਤੀ ਜਾ ਸਕਦੀ ਹੈ ਜੋ ਅਸਥਾਈ ਅਤੇ ਪਲ ਭਰਦੀ ਹੈ। ਇਸ ਸੰਸਾਰ ਦੇ ਦ੍ਰਿਸ਼ਟੀਕੋਣ ਨਾਲ ਜੋ ਸਿਰਫ ਇਸ ਸੰਸਾਰ ਦੀਆਂ ਚੀਜ਼ਾਂ ਨੂੰ ਮਹੱਤਵ ਦਿੰਦਾ ਹੈ, ਸਾਡੇ ਜੀਵਨ ਨੂੰ ਦੇਖਦੇ ਹੋਏ ਅਜਿਹਾ ਲੱਗ ਸਕਦਾ ਹੈ ਕਿ ਸਾਡੇ ਜੀਵਨ ਵਿੱਚ ਕਮੀ ਹੈ ਅਤੇ ਦੂਸਰਿਆਂ ਲੋਕਾਂ ਤੋਂ ਥੋੜਾ ਪਿੱਛੇ ਹਾਂ। ਪਰ ਜੋ ਅਸਲ ਵਿੱਚ ਕੀਮਤੀ ਹੈ ਉਹ ਸਵਰਗ ਵਿੱਚ ਪ੍ਰਮਾਣ ਦੁਆਰਾ ਨਿਰਧਾਰਿਤ ਹੈ। ਉਸ ਦੇ ਦ੍ਰਿਸ਼ਟੀਕੋਣ ਨਾਲ ਸਾਡੇ ਅਹੁਦੇ ਉਹਨਾਂ ਨਾਲ ਲਾਜਵਾਬ ਹਨ। ਆਓ ਅਸੀਂ ਇਹ ਅਹਿਸਾਸ ਪ੍ਰਾਪਤ ਕਰੀਏ। ਆਓ ਅਸੀਂ ਪਹਿਲੇ ਚਰਚ ਦੇ ਸੰਤਾਂ ਬਾਰੇ ਸੋਚੀਏ ਜਿਨ੍ਹਾਂ ਨੇ ਗੁਫਾਵਾਂ, ਜੰਗਲ ਅਤੇ ਪਹਾੜਾਂ ਵਿੱਚ ਦੌੜ ਕੇ ਆਪਣਾ ਵਿਸ਼ਵਾਸ ਕਾਇਮ ਰੱਖਿਆ ਅਤੇ ਇਸ ਸੰਸਾਰ ਦੀ ਕੀਮਤ ਨਾਲ ਸਵਰਗ ਦੀ ਕੀਮਤ ਦੀ ਤੁਲਨਾ ਕਰੀਏ। ਹਰ ਇੱਕ ਦਿਨ ਆਪਣੇ ਬੁੱਲਾਂ ਨਾਲ ਸਾਨੂੰ ਆਪਣੇ ਆਪ ਨੂੰ ਉੱਚੀ ਆਵਾਜ਼ ਵਿੱਚ ਕਹਿਣ ਦੀ ਜ਼ਰੂਰਤ ਹੈ ਕਿ ਸਵਰਗ ਦਾ ਰਾਜ ਅਸਲ ਵਿੱਚ ਕਿੰਨਾ ਕੀਮਤੀ, ਸ਼ਾਨਦਾਰ ਅਤੇ ਮਹਾਨ ਹੈ। ਜਿਸ ਖੁਸ਼ਖਬਰੀ ਦਾ ਅਸੀਂ ਪ੍ਰਚਾਰ ਕਰਦੇ ਹਾਂ ਉਸ ਨੂੰ ਖੁਸ਼ੀ ਦਾ ਸੰਦੇਸ਼ ਵੀ ਕਿਹਾ ਜਾਂਦਾ ਹੈ ਕਿ ਇਹ ਇਸ ਲਈ ਨਹੀਂ ਹੈ ਕਿ ਜੋ ਖੁਸ਼ਖਬਰੀ ਅਸੀਂ ਸੁਣਾ ਰਹੇ ਹਾਂ ਉਹ ਇੰਨੀ ਆਸ਼ੀਸ਼ਿਤ ਹੈ ਕਿ ਉਹ ਖੁਸ਼ੀ ਦੀ ਖਬਰ ਕਹਾਉਣ ਦੇ ਯੋਗ ਹੈ। ਇਸ ਲਈ ਸਾਨੂੰ ਲਗਨ ਨਾਲ ਖੁਸ਼ੀ ਦੇ ਸੰਦੇਸ਼, ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਆਓ ਅਸੀਂ 2 ਕੁਰਿੰਥੀਆਂ ਦੀ ਕਿਤਾਬ ਅਧਿਆਇ 4 ਵਚਨ 16 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 4 ਵਚਨ 16। ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ। ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਛਿਨ ਭਰਦਾ ਹੀ ਹੈ ਭਾਰੀ ਸਗੋਂ ਅਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਅਸੀਂ ਦਿਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਨਾਲ ਧਿਆਨ ਕਰਦੇ ਹਾਂ। ਕਿਉਂ ਜੋ ਦਿਸਣ ਵਾਲੀਆਂ ਵਸਤਾਂ ਅਨਿਤ ਹਨ ਪਰ ਅਣਡਿੱਠ ਵਸਤਾਂ ਨਿਤ ਹਨ। ਦੁਨੀਆ ਜੋ ਅਣਡਿੱਠੀ ਹੈ ਉਹ ਸਵਰਗ ਹੈ ਨਾ। ਇੱਥੇ ਪਰਮੇਸ਼ਵਰ ਦੀ ਸਦੀਪਕ ਦੁਨੀਆ ਦਾ ਵਰਣਨ ਅਣਡਿੱਠੀ ਵਸਤੂਆਂ ਦੇ ਰੂਪ ਵਿੱਚ ਕੀਤਾ ਗਿਆ ਹੈ। ਜੋ ਵਸਤੂਆਂ ਦਿਖਾਈ ਦਿੰਦੀਆਂ ਹਨ, ਜੋ ਵਸਤੂਆਂ ਸਾਡੇ ਲਈ ਦਿਖਾਈ ਦਿੰਦੀਆਂ ਹਨ ਉਹ ਇਸ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਹਨ। ਇਸ ਤੀਸਰੀ ਆਯਾਮੀ ਦੁਨੀਆ ਦੀਆਂ ਸਾਰੀਆਂ ਵਸਤੂਆਂ ਅਸਥਾਈ ਹਨ। ਜਵਾਨੀ ਅਸਥਾਈ ਹੈ ਅਤੇ ਜੋ ਕੁਝ ਵੀ ਤੁਹਾਡੇ ਕੋਲ ਹੈ ਉਹ ਵੀ ਅਸਥਾਈ ਹੈ। ਅਸੀਂ ਸਿਰਫ ਇਸ ਸਮੇਂ ਲਈ ਉਹਨਾਂ ਦੇ ਮਾਲਕ ਹਾਂ। ਜਦੋਂ ਅਸੀਂ ਸੰਸਾਰ ਨੂੰ ਛੱਡੀਏ ਤਦ ਸਾਨੂੰ ਉਹਨਾਂ ਨੂੰ ਪਿੱਛੇ ਛੱਡਣਾ ਹੋਵੇਗਾ ਅਤੇ ਫਿਰ ਕੀ ਅਸੀਂ ਉਸ ਤੋਂ ਬਾਅਦ ਸਦੀਪਕ ਦੁਨੀਆ ਵਿੱਚ ਨਹੀਂ ਜਾ ਰਹੇ ਹਾਂ? ਦੇਖੀਆਂ ਹੋਈਆਂ ਵਸਤੂਆਂ ਥੋੜੇ ਹੀ ਦਿਨਾਂ ਦੀਆਂ ਹਨ ਪਰ ਅਸਲ ਵਿੱਚ ਅਸਥਾਈ ਹਨ। ਸਭ ਕੁਝ ਅਸਥਾਈ ਹੈ ਅਤੇ ਬਿਜਲੀ ਦੀ ਤਰ੍ਹਾਂ ਅਲੋਪ ਹੋ ਜਾਂਦਾ ਹੈ। ਪਰ ਸਵਰਗ ਦੀਆਂ ਚੀਜ਼ਾਂ ਬਾਰੇ ਕੀ? ਸਵਰਗ ਲਈ ਸਾਡੀ ਕੋਸ਼ਿਸ਼ ਅਲੋਪ ਨਹੀਂ ਹੁੰਦੀ। ਸਾਰੇ ਵਚਨ ਜਿਨ੍ਹਾਂ ਦਾ ਅਸੀਂ ਪ੍ਰਚਾਰ ਕਰਦੇ ਹਾਂ ਸਾਡੇ ਦਿਮਾਗ ਉੱਤੇ ਅੰਕਿਤ ਹੁੰਦੇ ਹਨ ਅਤੇ ਉਹ ਸਾਡੇ ਲਈ ਆਤਮਿਕ ਚਰਿੱਤਰ ਦਾ ਨਿਰਮਾਣ ਕਰਦੇ ਹਨ ਜਿਸ ਨਾਲ ਸਾਡੇ ਵਿਸ਼ਵਾਸ ਦੀ ਨੀਂਹ ਬਣਦੀ ਹੈ ਕਿ ਸਾਡੇ ਕੋਲ ਹਰ ਦਿਨ ਸਵਰਗ ਦੀ ਕੀਮਤ ਨੂੰ ਮਹਿਸੂਸ ਕਰਨ ਦਾ ਮੌਕਾ ਨਹੀਂ ਹੈ। ਪ੍ਰਚਾਰ ਕਰਨ ਦਾ ਸਮਾਂ ਸਾਡੇ ਦਿਮਾਗ ਤੇ ਸਵਰਗ ਦੀ ਕੀਮਤ ਨੂੰ ਹੋਰ ਜ਼ਿਆਦਾ ਅੰਕਿਤ ਕਰਨ ਦਾ ਸਮਾਂ ਹੈ। ਇਸ ਲਈ ਬਾਈਬਲ ਕਹਿੰਦੀ ਹੈ ਕਿ ਸਾਨੂੰ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਵੇਲੇ ਅਤੇ ਕੁਵੇਲੇ ਕਰਨਾ ਚਾਹੀਦਾ ਹੈ। ਬਾਈਬਲ ਦੇ ਬਹੁਤ ਸਾਰਿਆਂ ਹਿੱਸਿਆਂ ਵਿੱਚ ਲਿਖਿਆ ਹੈ ਕਿ ਸਾਨੂੰ ਕਿਸੇ ਵੀ ਸਮੇਂ ਪ੍ਰਚਾਰ ਕਰਨਾ ਚਾਹੀਦਾ ਹੈ। ਪਰਮੇਸ਼ਵਰ ਨੇ ਕਿਹਾ ਕਿ ਇਸ ਧਰਤੀ ਦੀਆਂ ਵਸਤੂਆਂ ਥੋੜੇ ਹੀ ਦਿਨਾਂ ਦੀਆਂ ਹਨ ਪਰ ਸਵਰਗੀਆਂ ਵਸਤੂਆਂ ਜੋ ਅਣਡਿੱਠੀ ਹੈ ਸਦੀਪਕ ਹਨ। ਇਸ ਲਈ ਅੱਜ ਆਓ ਅਸੀਂ ਇੱਕ ਵਾਰ ਫਿਰ ਤੋਂ ਆਪਣੇ ਦਿਲਾਂ ਉੱਤੇ ਸਦੀਪਕ ਸਵਰਗ ਦੇ ਰਾਜ ਦੀ ਕੀਮਤ ਨੂੰ ਅੰਕਿਤ ਕਰੀਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਦੇਖੀਏ। ਅਧਿਆਇ 21 ਵਚਨ 4। ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ, ਨਾ ਰੋਣਾ, ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।
ਤੇ ਉਹ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ ਮੈਂ ਸਭੋ ਕੁਝ ਨਵਾਂ ਬਣਾਉਂਦਾ ਹਾਂ। ਅਤੇ ਉਹਨ ਆਖਿਆ, ਲਿਖ ਕਿਉਂ ਜੋ ਇਹ ਬਚਨ ਨਿਸ਼ਚਯਯੋਗ ਅਤੇ ਸੱਤ ਹਨ। ਅਤੇ ਉਹਨੇ ਮੈਨੂੰ ਆਖਿਆ, ਹੋ ਗਿਆ ਹੈ। ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜਿਹੜਾ ਤੇ ਆਇਆ ਹੈ ਮੈਂ ਉਹਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਕਤ ਪਿਆਵਾਂਗਾ। ਜਿਹੜਾ ਜਿੱਤਣ ਵਾਲਾ ਹੈ ਉਹ ਇਹਨਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਪਰਮੇਸ਼ਵਰ ਦੀ ਸੰਤਾਨ ਦਾ ਸਿਰਲੇਖ ਦਿੱਤਾ ਜਾਣਾ ਇੱਕ ਸ਼ਾਨਦਾਰ ਆਸੀਸ਼ ਹੈ। ਭਾਵੇਂ ਸਾਨੂੰ ਉਹਨਾਂ ਦੁਆਰਾ ਗੋਦ ਲਿਆ ਗਿਆ ਹੋਵੇ, ਫਿਰ ਵੀ ਇਹ ਇੱਕ ਸ਼ਾਨਦਾਰ ਆਸੀਸ਼ ਹੋਵੇਗੀ। ਹਾਲਾਂਕਿ ਪਿਤਾ ਤੇ ਮਾਤਾ ਜੀ ਨੇ ਆਪਣੀਆਂ ਸੱਚੀਆਂ ਸੰਤਾਨਾਂ ਦੇ ਰੂਪ ਵਿੱਚ ਸਾਡੇ ਉੱਤੇ ਮੋਹਰ ਲਗਾਈ ਹੈ ਅਤੇ ਸਾਨੂੰ ਆਪਣੇ ਕੋਲ ਬੁਲਾਇਆ ਹੈ। ਇੰਨਾ ਹੀ ਨਹੀਂ, ਪਰਮੇਸ਼ਵਰ ਨੇ ਸਾਨੂੰ ਉਸ ਮਹਿਮਾ ਨਾਲ ਭਰੀ ਦੁਨੀਆ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਨ ਦਾ ਵਾਅਦਾ ਵੀ ਦਿੱਤਾ ਹੈ, ਜਿੱਥੇ ਮੌਤ ਜਾਂ ਹੰਝੂ ਜਾਂ ਸੋਗ ਜਾਂ ਪੀੜਾ ਜਾਂ ਦਰਦ ਨਹੀਂ ਹੈ। ਸਾਰੇ ਲੋਕੋ, ਭਾਵੇਂ ਹੀ ਸਾਡੇ ਕੋਲ ਇਸ ਧਰਤੀ ਉੱਤੇ ਬਹੁਤ ਸਾਰੀਆਂ ਚੀਜ਼ਾਂ ਹੋਣ, ਕੀ ਉਹ ਉਸ ਵਿਰਾਸਤ ਦਾ 10 ਲੱਖਵਾਂ ਹਿੱਸਾ ਵੀ ਹੋ ਸਕਦਾ ਹੈ ਜੋ ਪਰਮੇਸ਼ਵਰ ਸਾਨੂੰ ਦੇਣਗੇ? ਨਹੀਂ, ਉਹ ਨਹੀਂ ਹੋ ਸਕਦਾ। ਉਹ ਤੁਲਨਾ ਤੋਂ ਬਾਹਰ ਹੈ। ਬਾਈਬਲ ਕਹਿੰਦੀ ਹੈ ਕਿ ਬ੍ਰਹਮਾਂਡ ਦੀ ਤੁਲਨਾ ਵਿੱਚ ਪਰਮੇਸ਼ਵਰ ਇਸ ਧਰਤੀ ਨੂੰ ਕੁਝ ਵੀ ਨਹੀਂ ਮੰਨਦੇ। ਭਾਵੇਂ ਹੀ ਅਸੀਂ ਇਸ ਧਰਤੀ ਉੱਤੇ ਬਹੁਤ ਸਾਰੀਆਂ ਚੀਜ਼ਾਂ ਦੇ ਮਾਲਕ ਹੋਈਏ ਅਤੇ ਬਹੁਤ ਜ਼ਿਆਦਾ ਗਿਆਨ ਅਤੇ ਸ਼ਕਤੀ ਪ੍ਰਾਪਤ ਕਰੀਏ, ਕਿ ਉਹਨਾਂ ਦੀ ਤੁਲਨਾ ਉਸ ਨਾਲ ਕੀਤੀ ਜਾ ਸਕਦੀ ਹੈ ਜੋ ਪਰਮੇਸ਼ਵਰ ਸਾਨੂੰ ਸਦੀਪਕ ਸਵਰਗ ਦੇ ਰਾਜ ਵਿੱਚ ਦੇਣਗੇ। ਇਹ ਕੋਈ ਧਾਰਾਵਾਹਿਕ ਜਾਂ ਫਿਲਮ ਨਹੀਂ ਹੈ, ਇਹ ਸਾਡੀ ਅਸਲੀਅਤ ਹੈ। ਸਾਡੀ ਅਸਲੀਅਤ ਇਹ ਹੈ ਕਿ ਅਸੀਂ ਪਰਮੇਸ਼ਵਰ ਦੀ ਸੰਤਾਨ ਬਣਾਂਗੇ ਅਤੇ ਪਰਮੇਸ਼ਵਰ ਸਾਨੂੰ ਉਹ ਦੁਨੀਆ ਦੇਣਗੇ ਜਿੱਥੇ ਮੌਤ ਅਤੇ ਦਰਦ ਨਹੀਂ ਹੋਵੇਗਾ। ਕਿ ਪਰਮੇਸ਼ਵਰ ਨੇ ਸਾਨੂੰ ਸਮੇਂ ਤੋਂ ਪਹਿਲਾਂ ਹੀ ਉਹ ਦੁਨੀਆ ਨਹੀਂ ਦਿਖਾਈ ਜਿੱਥੇ ਅਸੀਂ ਭਵਿੱਖ ਵਿੱਚ ਜਾਵਾਂਗੇ। ਸਵਰਗ ਦੀ ਕੀਮਤ ਦੀ ਤੁਲਨਾ ਇਸ ਸੰਸਾਰ ਵਿੱਚ ਕਿਸੇ ਵੀ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ। ਜਦੋਂ ਅਸੀਂ ਯਾਕੂਬ ਅਤੇ ਈਸਾਓ ਵਿਚਕਾਰ ਦੇ ਅੰਤਰ ਉੱਤੇ ਵਿਚਾਰ ਕਰੀਏ ਤਾਂ ਭਾਵੇਂ ਹੀ ਉਹ ਭਰਾ ਸੀ, ਪਰ ਯਾਕੂਬ ਪਹਿਲੋਠੇ ਦੇ ਅਧਿਕਾਰ ਦੀ ਕੀਮਤ ਨੂੰ ਜਾਣਦਾ ਸੀ, ਜਦਕਿ ਈਸਾਓ ਉਸ ਨੂੰ ਨਹੀਂ ਜਾਣਦਾ ਸੀ। ਸਵਰਗ ਦੀ ਕੀਮਤ ਲਈ ਵੀ ਅਜਿਹਾ ਹੀ ਹੈ। ਜੋ ਲੋਕ ਇਸ ਦੀ ਕੀਮਤ ਨੂੰ ਜਾਣਦੇ ਹਨ, ਉਹ ਇਸ ਨੂੰ ਨਾ ਗੁਮਾਉਣ ਦੀ ਕੋਸ਼ਿਸ਼ ਕਰਦੇ ਹਨ, ਭਾਵੇਂ ਉਹਨਾਂ ਨੂੰ ਬਾਕੀ ਸਭ ਕੁਝ ਛੱਡਣਾ ਪਵੇ। ਪਰ ਜੋ ਲੋਕ ਮਹਿਮਾ ਨਾਲ ਭਰੇ ਸਵਰਗ ਦੇ ਰਾਜ ਦੀ ਕੀਮਤ ਨੂੰ ਨਹੀਂ ਜਾਣਦੇ ਹਨ, ਉਹ ਸੰਸਾਰਿਕ ਚੀਜ਼ਾਂ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕਰਦੇ ਹੋਏ ਆਪਣਾ ਸਮਾਂ ਬਰਬਾਦ ਕਰਦੇ ਹਨ। ਅੱਜ ਮੈਨੂੰ ਆਸ ਹੈ ਕਿ ਤੁਸੀਂ ਸਵਰਗ ਦੀ ਕੀਮਤ ਦੀ ਜ਼ਿਆਦਾ ਕਦਰ ਕਰ ਸਕਦੇ ਹੋ, ਤਾਂ ਜੋ ਉਸ ਸਦੀਪਕ ਦੁਨੀਆ ਨੂੰ ਨਾ ਗਵਾਓ ਜਿਸ ਨੂੰ ਪਰਮੇਸ਼ਵਰ ਨੇ ਸਾਡੇ ਲਈ ਤਿਆਰ ਕੀਤਾ ਹੈ। ਆਓ ਅਸੀਂ ਪਹਿਲਾ ਕੁਰਿੰਥੀਆਂ ਅਧਿਆਇ 2 ਵਚਨ 8 ਦੇਖੀਏ। ਜਿਹਨੂੰ ਇਸ ਯੁੱਗ ਦੇ ਹਾਕਮਾਂ ਵਿੱਚੋਂ ਕਿਸੇ ਨੇ ਨਾ ਜਾਣਿਆ, ਕਿਉਂਕਿ ਜੇਕਰ ਉਹ ਜਾਣਦੇ ਤਾਂ ਤੇਜਵਾਨ ਪ੍ਰਭੂ ਨੂੰ ਸਲੀਬ ਉੱਤੇ ਨਾ ਚਾੜਦੇ। ਪਰੰਤੂ ਜਿਵੇਂ ਲਿਖਿਆ ਹੋਇਆ ਹੈ, ਜਿਹੜੀਆਂ ਵਸਤਾਂ ਅੱਖੀ ਨਾ ਵੇਖੀਆਂ, ਨਾ ਕੰਨੀ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ਵਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ, ਉਹਨਾਂ ਨੂੰ ਪਰਮੇਸ਼ਵਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ। ਕਿਉਂ ਜੋ ਆਤਮਾ ਸਾਰੀਆਂ ਵਸਤਾਂ ਦੀ, ਸਗੋਂ ਪਰਮੇਸ਼ਵਰ ਦੀਆਂ ਡੂੰਘੀਆਂ ਵਸਤਾਂ ਦੀ ਜਾਂਚ ਕਰ ਲੈਂਦਾ ਹੈ। ਪਰਮੇਸ਼ਵਰ ਉਹਨਾਂ ਲੋਕਾਂ ਲਈ ਬਹੁਤ ਸਾਰੀਆਂ ਚੀਜ਼ਾਂ ਤਿਆਰ ਕਰ ਰਹੇ ਹਨ ਜਿਨ੍ਹਾਂ ਨਾਲ ਉਹ ਪਿਆਰ ਕਰਦੇ ਹਨ। ਉਹ ਉਸ ਦੁਨੀਆ ਦੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਮਨ, ਅੱਖਾਂ ਜਾਂ ਕੰਨਾਂ ਨਾਲ ਨਹੀਂ ਸਮਝ ਸਕਦੇ। ਲਿਖਿਆ ਹੈ ਕਿ ਪਰਮੇਸ਼ਵਰ ਸਾਡੇ ਲਈ ਅਜਿਹੀ ਦੁਨੀਆ ਤਿਆਰ ਕਰ ਰਹੇ ਹਨ। ਆਓ ਅਸੀਂ ਸਾਰੇ ਇਸ ਦੇ ਲਈ ਤਿਆਰ ਰਹੀਏ। ਫਿਰ ਉਹਨਾਂ ਲੋਕਾਂ ਦਾ ਅੰਤਮ ਨਤੀਜਾ ਕੀ ਹੋਵੇਗਾ ਜੋ ਇਸ ਸੰਸਾਰ ਦੇ ਦ੍ਰਿਸ਼ਟੀਕੋਣ ਦੇ ਮਾਨਕ ਅਨੁਸਾਰ ਜੋ ਕੀਮਤੀ ਹੈ ਉਸ ਨੂੰ ਨਹੀਂ ਮੰਨਦੇ ਹਨ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 20 ਵਚਨ 7 ਦੇਖੀਏ। ਅਧਿਆਇ 20 ਵਚਨ 7। ਜਦ ਉਹ 1000 ਵਰ੍ਹਾ ਪੂਰਾ ਹੋ ਗਿਆ ਤਾਂ ਸ਼ੈਤਾਨ ਆਪਣੀ ਕੈਦ ਤੋਂ ਛੱਡਿਆ ਜਾਵੇਗਾ ਅਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੀਆਂ ਚੌਹਾਂ ਕੁੰਟਾਂ ਵਿੱਚ ਹਨ, ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਨਿਕਲੇਗਾ, ਭਈ ਉਹਨਾਂ ਨੂੰ ਯੁੱਧ ਲਈ ਇਕੱਠਿਆ ਕਰੇ। ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ। ਉਹ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ ਅਤੇ ਆਕਾਸ਼ ਉੱਤੋਂ ਅੱਗ ਉਤਰੀ ਅਤੇ ਉਹਨਾਂ ਨੂੰ ਚੱਟ ਕਰ ਗਈ ਅਤੇ ਸ਼ੈਤਾਨ ਜਿਨੇ ਉਹਨਾਂ ਨੂੰ ਭਰਮਾਇਆ ਸੀ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ, ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਰਾਤ ਦਿਨ ਉਹ ਜੁਗੋ ਜੁਗ ਕਸ਼ਟ ਭੋਗਣਗੇ।
ਪਰਮੇਸ਼ਵਰ ਇਹਨਾਂ ਲੋਕਾਂ ਨੂੰ ਕਈ ਸਿੱਖਿਆਵਾਂ ਦਿੰਦੇ ਹਨ ਕਿ ਇਸ ਸਦੀਪਕ ਦੁਨੀਆ ਦੀ ਅਸਲ ਵਿੱਚ ਹੋਂਦ ਹੈ। ਉਹ ਉਹਨਾਂ ਨੂੰ ਕਈ ਨਬੀਆਂ ਅਤੇ ਪਰਮੇਸ਼ਵਰ ਦੀ ਕਈਆਂ ਸੰਤਾਨਾਂ ਦੁਆਰਾ ਦੱਸਦੇ ਰਹਿੰਦੇ ਹਨ ਕਿ ਉਹਨਾਂ ਨੂੰ ਸਵਰਗ ਵਿੱਚ ਆਉਣ ਦੀ ਜ਼ਰੂਰਤ ਹੈ, ਕਿਉਂਕਿ ਜੇਕਰ ਉਹ ਨਰਕ ਵਿੱਚ ਜਾਣ ਤਾਂ ਉਹ ਅੱਗ ਦੀ ਭੱਠੀ ਵਿੱਚ ਹਮੇਸ਼ਾ ਲਈ ਦੁੱਖ ਭੋਗਣਗੇ। ਪਰਮੇਸ਼ਵਰ ਉਹਨਾਂ ਨੂੰ ਭਾਵੇਂ ਜਿੰਨੀ ਮਰਜ਼ੀ ਵਾਰ ਇਹ ਸੰਦੇਸ਼ ਦੇਣ, ਫਿਰ ਵੀ ਲੋਕ ਸਵਰਗ ਦੀ ਅਨਮੋਲ ਕੀਮਤ ਬਾਰੇ ਨਹੀਂ ਸੋਚਦੇ। ਉਹ ਇਸ ਸੰਸਾਰ ਵਿੱਚ ਕੀਮਤੀ ਮੰਨੀ ਜਾਣ ਵਾਲੀ ਚੀਜ਼ਾਂ ਨਾਲ ਆਪਣੇ ਲਾਲਚ ਨੂੰ ਪੂਰਾ ਕਰਨ ਲਈ ਪਲਕ ਝਪਕਦੇ ਹੀ 20 ਸਾਲ ਅਤੇ 30 ਸਾਲ ਵੀ ਬਰਬਾਦ ਕਰ ਦਿੰਦੇ ਹਨ। ਇਸ ਸੰਸਾਰ ਵਿੱਚ ਰਹਿੰਦੇ ਹੋਏ ਪਰਮੇਸ਼ਵਰ ਨੇ ਸਾਨੂੰ ਸਵਰਗ ਵਿੱਚ ਆਸੀਸ਼ ਇਕੱਠਾ ਕਰਨ ਦਾ ਸਮਾਂ ਦਿੱਤਾ ਹੈ। ਹਾਲਾਂਕਿ ਸਵਰਗ ਦੀਆਂ ਆਸੀਸ਼ਾਂ ਨੂੰ ਸੰਭਾਲਣ ਦੀ ਬਜਾਏ ਉਹਨਾਂ ਨੂੰ ਗਵਾਉਂਦੇ ਹੋਏ ਉਹ ਆਪਣਾ ਸਮਾਂ ਬਰਬਾਦ ਕਰ ਰਹੇ ਹਨ। ਅੰਤ ਵਿੱਚ ਉਹਨਾਂ ਨੂੰ ਅੱਗ ਅਤੇ ਗੰਧਕ ਦੀ ਝੀਲ ਵਿੱਚ ਭੇਜਿਆ ਜਾਵੇਗਾ, ਜਿੱਥੇ ਦਰਿੰਦਾ ਅਤੇ ਝੂਠੇ ਨਬੀਆਂ ਨੂੰ ਸੁੱਟਿਆ ਜਾਵੇਗਾ। ਆਓ ਅਸੀਂ ਅਧਿਆਏ 19 ਉੱਤੇ ਜਾਈਏ। ਅਧਿਆਏ 19 ਵਚਨ 19। ਫਿਰ ਮੈਂ ਵੇਖਿਆ ਭਈ ਉਹ ਦਰਿੰਦਾ ਅਤੇ ਧਰਤੀ ਦੇ ਰਾਜੇ ਅਤੇ ਉਹਨਾਂ ਦੀਆਂ ਫੌਜਾਂ ਇਕੱਠੀਆਂ ਹੋਈਆਂ, ਭਈ ਉਹਦੇ ਨਾਲ ਜਿਹੜੇ ਘੋੜੇ ਉੱਤੇ ਸਵਾਰ ਸੀ ਅਤੇ ਉਹਦੀ ਫੌਜ ਨਾਲ ਯੁੱਧ ਕਰਨ। ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹਦੇ ਨਾਲ ਉਹ ਝੂਠਾ ਨਬੀ ਵੀ, ਜਿਨੇ ਉਹਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸਨੇ ਉਹਨਾਂ ਨੂੰ ਭਰਮਾ ਛੱਡਿਆ ਸੀ, ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲੁਕਾਇਆ ਸੀ। ਨਾਲੇ ਉਹਨਾਂ ਨੂੰ ਜਿਹੜੇ ਉਸ ਦੀ ਮੂਰਤੀ ਪੂਜਾ ਕਰਦੇ ਸਨ, ਇਹ ਦੋਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜਿਉਂਦੇ ਜੀ ਸੁੱਟੇ ਗਏ। ਅਤੇ ਹੋਰ ਸਭ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹਦੇ ਮੂੰਹ ਵਿੱਚੋਂ ਨਿਕਲਦੀ ਸੀ ਵੱਢੇ ਗਏ, ਅਤੇ ਸਾਰੇ ਪੰਛੀ ਉਹਨਾਂ ਦੇ ਮਾਂਸ ਨਾਲ ਰੱਜ ਗਏ। ਇੱਕ ਵਾਰ ਜਦੋਂ ਸਦੀਪਕ ਕਾਲ ਦਾ ਸਮਾਂ ਆ ਜਾਵੇਗਾ, ਫਿਰ ਜੰਗਾਂ ਅਤੇ ਸਮੇਂ ਦੀ ਧਾਰਨਾ ਜੋ ਸਾਨੂੰ ਕੈਦ ਕਰ ਚੁੱਕੀ ਹੈ ਅਲੋਪ ਹੋ ਜਾਵੇਗੀ। ਉਸ ਸਮੇਂ ਸਿਰਫ ਉਹੀ ਰਹੇਗਾ ਜੋ ਸਦੀਪਕ ਹੈ। ਜਦੋਂ ਸਦੀਪਕ ਕਾਲ ਦੀ ਦੁਨੀਆ ਸਾਡੇ ਸਾਹਮਣੇ ਪ੍ਰਗਟ ਹੋ ਜਾਵੇਗੀ ਤਾਂ ਅਸੀਂ ਦੋਨਾਂ ਵਿੱਚੋਂ ਕਿਸੇ ਇੱਕ ਜਗ੍ਹਾ ਉੱਤੇ ਜਾਵਾਂਗੇ। ਅਸੀਂ ਉਸ ਦੁਨੀਆ ਵਿੱਚ ਜਾ ਸਕਦੇ ਹਾਂ ਜਿੱਥੇ ਨਾ ਮੌਤ ਹੈ, ਨਾ ਪੀੜਾ, ਨਾ ਸੋਗ ਹੈ। ਉਹ ਜਗ੍ਹਾ ਜਿਸ ਨੂੰ ਪਰਮੇਸ਼ਵਰ ਨੇ ਸਾਡੇ ਲਈ ਤਿਆਰ ਕੀਤਾ ਹੈ ਅਤੇ ਜਿਸ ਨੂੰ ਕਿਸੇ ਅੱਖ ਨੇ ਨਹੀਂ ਦੇਖਿਆ ਹੈ ਅਤੇ ਨਾ ਕਿਸੇ ਕੰਨ ਨੇ ਸੁਣਿਆ ਹੈ। ਜੇਕਰ ਨਹੀਂ, ਤਦ ਸਾਨੂੰ ਦੋਸ਼ੀ ਠਹਿਰਾ ਕੇ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਜਾਵੇਗਾ, ਜਿੱਥੇ ਲੋਕਾਂ ਨੂੰ ਜਿਉਂਦਾ ਸੁੱਟਿਆ ਜਾਵੇਗਾ ਅਤੇ ਉਹਨਾਂ ਦੀ ਪੀੜਾ ਦਾ ਧੂਆਂ ਜੁਗ-ਜੁਗ ਤੀਕਰ ਉੱਠਦਾ ਰਹੇਗਾ। ਹੁਣ ਸਾਨੂੰ ਇਸ ਧਰਤੀ ਤੇ ਹੀ ਰਹਿੰਦੇ ਸਮੇਂ ਇਸ ਦੀ ਚੋਣ ਕਰਨੀ ਹੈ। ਸਾਨੂੰ ਦਿੱਤੇ ਗਏ ਕੀਮਤੀ ਸਮੇਂ ਨੂੰ ਕਦੇ ਵੀ ਬਰਬਾਦ ਨਹੀਂ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਲਈ ਆਸੀਸ਼ਾਂ ਦੀ ਸੰਭਾਲ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਯਤਨ ਨਾਲ ਪਰਮੇਸ਼ਵਰ ਦੀ ਖੁਸ਼ਖਬਰੀ ਦੀ ਗਵਾਹੀ ਦੇਣੀ ਚਾਹੀਦੀ ਹੈ। ਮਿਹਨਤ ਨਾਲ ਖੁਸ਼ਖਬਰੀ ਪ੍ਰਚਾਰ ਕਰਨ ਦਾ ਮਨ ਸਾਡੇ ਦਿਮਾਗ ਉੱਤੇ ਸਵਰਗ ਦੀ ਕੀਮਤ ਨੂੰ ਚਿਤਰਿਤ ਕਰਨ ਦਾ ਕੰਮ ਹੈ। ਸਾਨੂੰ ਕਹਿਣਾ ਚਾਹੀਦਾ ਹੈ, ਆਓ ਅਸੀਂ ਸਬਤ ਦਾ ਦਿਨ ਮਨਾਈਏ ਅਤੇ ਸਦੀਪਕ ਆਰਾਮ ਦੀ ਆਸੀਸ਼ ਪ੍ਰਾਪਤ ਕਰੀਏ ਜੋ ਪਰਮੇਸ਼ਵਰ ਨੇ ਸਾਡੇ ਲਈ ਤਿਆਰ ਕੀਤੀ ਹੈ। ਆਓ ਅਸੀਂ ਪਸਾਹ ਦਾ ਪਰਵ ਮਨਾਈਏ ਅਤੇ ਸਦੀਪਕ ਜੀਵਨ ਦੀ ਆਸੀਸ਼ ਪਾਈਏ। ਤੁਸੀਂ ਪਿਤਾ ਆਨਸੰਗ ਹੋਂਗ ਜੀ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਉੱਤੇ ਵਿਸ਼ਵਾਸ ਕਿਉਂ ਨਹੀਂ ਕਰਦੇ, ਤਾਂ ਜੋ ਤੁਸੀਂ ਸਵਰਗ ਜਾ ਸਕੋ ਅਤੇ ਪਿਤਾ ਅਤੇ ਮਾਤਾ ਜੀ ਦੀਆਂ ਬਾਹਾਂ ਵਿੱਚ ਹਮੇਸ਼ਾ ਲਈ ਸਦੀਪਕ ਜੀਵਨ ਅਤੇ ਆਸੀਸ਼ਾਂ ਦਾ ਆਨੰਦ ਚੁੱਕ ਸਕੋ। ਤੁਸੀਂ ਉਸ ਦੁਨੀਆ ਵਿੱਚ ਕਿਉਂ ਨਹੀਂ ਰਹਿੰਦੇ ਜਿੱਥੇ ਨਾ ਹੀ ਮੌਤ ਹੈ ਅਤੇ ਨਾ ਹੀ ਦਰਦ ਹੈ, ਅਤੇ ਜਿੱਥੇ ਪਰਮੇਸ਼ਵਰ ਹਰ ਦਿਨ ਨਵਾਂ ਆਨੰਦ ਪੈਦਾ ਕਰਦੇ ਹਨ। ਅਸਥਾਈ ਰੂਪ ਨਾਲ ਇਸ ਧਰਤੀ ਉੱਤੇ ਸਾਡੇ ਜੀਵਨ ਦੇ ਦੌਰਾਨ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਨਹੀਂ ਹੋ ਸਕਦੀਆਂ ਜੋ ਹੋਰ ਲੋਕਾਂ ਕੋਲ ਹਨ। ਹਾਲਾਂਕਿ ਇਸ ਦੇ ਬਾਰੇ ਪਿਤਾ ਤੇ ਮਾਤਾ ਜੀ ਨੇ ਸਾਨੂੰ ਕੀ ਸਬਕ ਦਿੱਤਾ ਹੈ? ਸੰਸਾਰ ਦੇ ਲੋਕ ਮੇਰੀ ਈਰਖਾ ਨਹੀਂ ਕਰਦੇ ਅਤੇ ਨਾ ਮੈਂ ਉਹਨਾਂ ਦੀ ਈਰਖਾ ਕਰਦਾ ਹਾਂ। ਸੰਸਾਰ ਦੇ ਲੋਕਾਂ ਨੇ ਪਿਤਾ ਤੋਂ ਈਰਖਾ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਪਿਤਾ ਨੂੰ ਨਹੀਂ ਪਹਿਚਾਨਿਆ ਅਤੇ ਉਹਨਾਂ ਨੇ ਇਹ ਮਹਿਸੂਸ ਨਹੀਂ ਕੀਤਾ ਕਿ ਉਹ ਕੌਣ ਹਨ। ਉਸੇ ਤਰ੍ਹਾਂ ਪਿਤਾ ਜੀ ਨੇ ਕਿਹਾ ਕਿ ਉਹ ਉਹਨਾਂ ਚੀਜ਼ਾਂ ਤੋਂ ਈਰਖਾ ਨਹੀਂ ਕਰਦੇ ਜਿਨ੍ਹਾਂ ਤੋਂ ਸੰਸਾਰ ਦੇ ਲੋਕ ਈਰਖਾ ਕਰਦੇ ਹਨ। ਸਾਰੇ ਲੋਕੋ, ਭਾਵੇਂ ਤੁਹਾਡੇ ਕੋਲ ਇਸ ਸੰਸਾਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਣ, ਉਹ ਅਸਥਾਈ ਹਨ। ਭਾਵੇਂ ਸਰਕਾਰ ਵਿੱਚ ਕਿਸੇ ਕੋਲ ਉੱਚ ਅਹੁਦਾ ਵੀ ਹੋਵੇ, ਉਹ ਅਸਥਾਈ ਹੈ। ਉਹ ਸਭ ਲੰਘ ਜਾਂਦੇ ਹਨ ਕਿ ਉਹ ਬਹੁਤ ਜਲਦੀ ਬੀਤ ਨਹੀਂ ਜਾਂਦੇ। ਜੇਕਰ ਅਸੀਂ ਸਵਰਗ ਦੀ ਕੀਮਤ ਬਾਰੇ ਸੋਚਦੇ ਹਾਂ ਤਾਂ ਸਾਨੂੰ ਖੁਦ ਤੋਂ ਪੁੱਛਣਾ ਚਾਹੀਦਾ ਹੈ, ਸਵਰਗ ਜਾਣ ਦੇ ਰਾਹ ਵਿੱਚ ਮੇਰੇ ਹਰ ਪਾਸੇ ਕੀ ਮੇਰੇ ਕੋਲ ਕਈ ਰੁਕਾਵਟਾਂ ਹਨ, ਜਾਂ ਕਿ ਮੈਂ ਉਸ ਰਾਹ ਦਾ ਪਾਲਣ ਕਰ ਰਿਹਾ ਹਾਂ ਜੋ ਮੇਰੀ ਅਗਵਾਈ ਸਵਰਗ ਵਿੱਚ ਕਰਨ ਲਈ ਪਰਮੇਸ਼ਵਰ ਨੇ ਬਣਾਇਆ ਹੈ। ਆਓ ਅਸੀਂ ਇਸ ਮਾਮਲੇ ਉੱਤੇ ਧਿਆਨ ਦਈਏ ਅਤੇ ਸਾਨੂੰ ਸਵਰਗ ਦਾ ਰਾਹ ਦਿਖਾਉਣ ਲਈ ਪਿਤਾ ਤੇ ਮਾਤਾ ਜੀ ਨੂੰ ਧੰਨਵਾਦ ਦਈਏ। ਸਾਨੂੰ ਹੋਰ ਚੀਜ਼ਾਂ ਲਈ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਹੈ। ਅਸੀਂ ਪਹਿਲਾਂ ਤੋਂ ਹੀ ਪਿਤਾ ਤੇ ਮਾਤਾ ਜੀ ਨੂੰ ਮਿਲ ਚੁੱਕੇ ਹਾਂ ਅਤੇ ਸਾਨੂੰ ਸਵਰਗ ਦਾ ਰਾਹ ਸਿਖਾਇਆ ਗਿਆ ਹੈ।
ਕਿ ਤੁਹਾਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਆਪਣੇ ਆਲੇ ਦੁਆਲੇ ਦੂਸਰੀਆਂ ਥਾਵਾਂ ਨੂੰ ਦੇਖੋ ਤਾਂ ਤੁਹਾਨੂੰ ਸਵਰਗ ਦਾ ਰਾਹ ਮਿਲ ਸਕਦਾ ਹੈ। ਸਿਰਫ ਆਤਮਾ ਤੇ ਲਾੜੇ ਹੀ ਇਹ ਰਸਤਾ ਤਿਆਰ ਕਰ ਸਕਦੇ ਹਨ। ਇਸ ਲਈ ਉਹ ਕਹਿੰਦੇ ਹਨ, ਜੋ ਕੋਈ ਧਿਆਇਆ ਹੋਵੇ ਮੇਰੇ ਕੋਲ ਆਵੇ ਅਤੇ ਜੀਵਨ ਦੇ ਵਚਨਾਂ ਨੂੰ ਸਵੀਕਾਰ ਕਰੋ ਅਤੇ ਸਵਰਗ ਦਾ ਰਾਹ ਸਿੱਖੋ। ਅਸਥਾਈ ਜੀਵਨ ਲਈ ਨਹੀਂ ਬਲਕਿ ਸਦੀਪਕ ਕਾਲ ਲਈ ਜੀਓ। ਆਓ ਅਸੀਂ 2000 ਸਾਲ ਪਹਿਲਾਂ ਸਲੀਬ ਉੱਤੇ ਯਿਸੂ ਦੀ ਮੌਤ ਦੇ ਸਮੇਂ ਉੱਤੇ ਇੱਕ ਸੰਖੇਪ ਨਜ਼ਰ ਪਾਈਏ। ਦੋ ਚੋਰ ਸੀ, ਇੱਕ ਉਸ ਦੇ ਸੱਜੇ ਪਾਸੇ ਅਤੇ ਇੱਕ ਉਸ ਦੇ ਖੱਬੇ ਪਾਸੇ ਸੀ। ਉਸ ਦੇ ਖੱਬੇ ਪਾਸੇ ਵਾਲੇ ਚੋਰ ਨੇ ਸਿਰਫ ਇਸ ਧਰਤੀ ਉੱਤੇ ਆਪਣੇ ਪਲ ਭਰ ਦੇ ਜੀਵਨ ਬਾਰੇ ਸੋਚਿਆ ਅਤੇ ਉਹਨਾਂ ਲੋਕਾਂ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਯਿਸੂ ਦੀ ਨਿੰਦਾ ਕੀਤੀ ਅਤੇ ਮਖੌਲ ਉਡਾਇਆ। ਉਸਨੇ ਆਪਣੇ ਪਾਪਾਂ ਦੀ ਮਾਫੀ ਪਾਉਣ ਦੀ ਆਸ ਕਰਦੇ ਹੋਏ ਅਜਿਹਾ ਕੀਤਾ ਸੀ। ਉਸਨੇ ਸਿਰਫ ਇਸ ਧਰਤੀ ਦੀਆਂ ਚੀਜ਼ਾਂ ਬਾਰੇ ਸੋਚਿਆ। ਪਰ ਉਹਨਾਂ ਦੇ ਸੱਜੇ ਪਾਸੇ ਦੇ ਚੋਰ ਬਾਰੇ ਕੀ? ਉਹ ਜਾਣਦਾ ਸੀ ਕਿ ਉਹ ਖੁਦ ਅਤੇ ਦੂਸਰਾ ਚੋਰ ਆਪਣੇ ਪਾਪਾਂ ਦੇ ਕਾਰਨ ਮਰਨ ਦੇ ਯੋਗ ਸੀ, ਪਰ ਯਿਸੂ ਨੇ ਕੋਈ ਪਾਪ ਨਹੀਂ ਕੀਤਾ ਸੀ ਅਤੇ ਮਨੁੱਖ ਜਾਤੀ ਦੇ ਪਾਪਾਂ ਨੂੰ ਛੁਡਾਉਣ ਲਈ ਉਹਨਾਂ ਨੂੰ ਸਲੀਬ ਉੱਤੇ ਚੜਾਇਆ ਗਿਆ ਸੀ। ਉਹ ਦੇਖ ਸਕਿਆ ਕਿ ਉਸ ਦੇ ਅਤੇ ਦੂਸਰੇ ਚੋਰ ਦੀ ਤਰ੍ਹਾਂ ਯਿਸੂ ਦੁਸ਼ਟ ਵਿਅਕਤੀ ਨਹੀਂ ਹਨ। ਉਦੋਂ ਉਸ ਨੂੰ ਕੁਝ ਮਹਿਸੂਸ ਹੋਇਆ। ਸੱਜੇ ਪਾਸੇ ਵਾਲੇ ਚੋਰ ਨੇ ਇਸ ਅਸਥਾਈ ਸੰਸਾਰ ਦੀ ਬਜਾਏ ਪਰਮੇਸ਼ਵਰ ਦੀ ਸਦੀਪਕ ਦੁਨੀਆ ਲਈ ਆਪਣੀਆਂ ਅੱਖਾਂ ਖੋਲੀਆਂ। ਹੇ ਯਿਸੂ, ਜਦੋਂ ਤੁਸੀਂ ਆਪਣੇ ਰਾਜ ਵਿੱਚ ਆਓ ਤਾਂ ਮੈਨੂੰ ਯਾਦ ਕਰਨਾ। ਮੈਂ ਤੁਹਾਡੇ ਵੱਲ ਰਹਾਂਗਾ। ਤੁਹਾਡੇ ਖੱਬੇ ਪਾਸੇ ਦਾ ਚੋਰ ਤੁਹਾਡਾ ਅਪਮਾਨ ਕਰਦਾ ਹੈ ਅਤੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀਆਂ ਮਾੜੀਆਂ ਗੱਲਾਂ ਕਹਿੰਦਾ ਹੈ, ਪਰ ਮੈਂ ਵਿਸ਼ਵਾਸ ਕਰਦਾ ਹਾਂ ਅਤੇ ਜਾਣਦਾ ਹਾਂ ਕਿ ਤੁਸੀਂ ਧਰਮੀ ਹੋ। ਜਦੋਂ ਤੁਸੀਂ ਆਪਣੇ ਰਾਜ ਵਿੱਚ ਆਓ ਤਾਂ ਕਿਰਪਾ ਕਰਕੇ ਮੈਨੂੰ ਯਾਦ ਕਰਨਾ। ਫਿਰ ਯਿਸੂ ਨੇ ਉਸ ਨੂੰ ਇੱਕ ਵਾਅਦਾ ਕੀਤਾ, ਭਈ ਅੱਜ ਤੂੰ ਮੇਰੇ ਸੰਗ ਸਵਰਗ ਵਿੱਚ ਹੋਵੇਗਾ। ਕਿ ਸੰਸਾਰ ਵਿੱਚ ਇਸ ਤੋਂ ਵੱਡੀ ਕੋਈ ਆਸੀਸ਼ ਹੋ ਸਕਦੀ ਹੈ? ਜੀਵਨ ਅਤੇ ਮੌਤ ਦੇ ਫੈਸਲੇ ਦੇ ਮਹੱਤਵਪੂਰਨ ਪਲ ਵਿੱਚ ਸੱਜੇ ਪਾਸੇ ਦਾ ਚੋਰ ਚਮਤਕਾਰੀ ਤੌਰ ਤੋਂ ਬਚਾਇਆ ਗਿਆ। ਉਸਨੇ ਕੀ ਸੋਚਿਆ? ਖੱਬੇ ਪਾਸੇ ਦਾ ਚੋਰ ਅਤੇ ਯਹੂਦੀ ਜੋ ਯਿਸੂ ਦਾ ਅਪਮਾਨ ਅਤੇ ਮਖੌਲ ਕਰ ਰਹੇ ਸੀ ਅਤੇ ਇਸ ਸੰਸਾਰ ਦੀ ਚੀਜ਼ਾਂ ਨੂੰ ਕੀਮਤੀ ਮੰਨਿਆ, ਉਹਨਾਂ ਦੇ ਉਲਟ ਸੱਜੇ ਪਾਸੇ ਦੇ ਚੋਰ ਨੇ ਆਉਣ ਵਾਲੀ ਦੁਨੀਆ ਉੱਤੇ ਜ਼ਿਆਦਾ ਕੀਮਤ ਰੱਖੀ। ਅਜਿਹਾ ਵਿਅਕਤੀ ਬਣਨ ਦੀ ਕੋਸ਼ਿਸ਼ ਕਰਨ ਦੀ ਬਜਾਏ ਜਿਨ੍ਹਾਂ ਵਾਂਗ ਇਸ ਸੰਸਾਰ ਦੇ ਹੋਰ ਲੋਕ ਬਣਨਾ ਚਾਹੁੰਦੇ ਹਨ। ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਬਣਨਾ ਕਿੰਨਾ ਮਹਾਨ ਅਤੇ ਸ਼ਾਨਦਾਰ ਹੈ। ਆਓ ਅਸੀਂ ਉਸ ਸਦੀਪਕ ਸਵਰਗੀ ਦੁਨੀਆ ਨੂੰ ਦੇਖੀਏ ਜਿਸ ਦਾ ਸਾਡੇ ਨਾਲ ਵਾਅਦਾ ਕੀਤਾ ਗਿਆ ਹੈ। ਪਿਤਾ ਜੀ ਨੇ ਕਿਹਾ, ਸੰਸਾਰ ਦੇ ਲੋਕ ਮੇਰੀ ਈਰਖਾ ਨਹੀਂ ਕਰਦੇ ਅਤੇ ਨਾ ਮੈਂ ਉਹਨਾਂ ਦੀ ਈਰਖਾ ਕਰਦਾ ਹਾਂ। ਸਦੀਪਕ ਜੀਵਨ ਲਈ ਆਪਣੀ ਆਸ ਅਤੇ ਪਿਤਾ ਤੇ ਮਾਤਾ ਜੀ ਨਾਲ ਸਵਰਗ ਵਿੱਚ ਮਿਲਣ ਵਾਲੀ ਆਸੀਸ਼ਾਂ ਨੂੰ ਬਣਾਏ ਰੱਖਦੇ ਹੋਏ ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਹਰ ਗੱਲ ਵਿੱਚ ਕੀ ਕਰਨਾ ਚਾਹੀਦਾ ਹੈ? ਧੰਨਵਾਦ ਕਰਨਾ ਚਾਹੀਦਾ ਹੈ। ਸਾਨੂੰ ਹਮੇਸ਼ਾ ਸਵਰਗੀ ਭਾਸ਼ਾ ਬੋਲਣ ਦੀ ਲੋੜ ਹੈ। ਮੈਂ ਅਸਲ ਵਿੱਚ ਧੰਨਵਾਦੀ ਹਾਂ। ਮੈਂ ਆਨੰਦਮਈ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਪਰਮੇਸ਼ਰ ਵਿੱਚ ਬਣਨ ਦੀ ਇਜਾਜ਼ਤ ਮਿਲੀ ਹੈ। ਮੈਂ ਬਹੁਤ ਖੁਸ਼ ਹਾਂ ਕਿ ਪਰਮੇਸ਼ਰ ਨੇ ਮੈਨੂੰ ਇਸ ਸੱਚਾਈ ਨੂੰ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਹੈ ਤੇ ਮੈਨੂੰ ਸੱਚਾਈ ਵਿੱਚ ਖੁਸ਼ਖਬਰੀ ਦਾ ਕੰਮ ਕਰਨ ਦਾ ਮੌਕਾ ਦਿੱਤਾ ਹੈ। ਸਾਨੂੰ ਸਿਰਫ ਇਸ ਤੱਥ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਅਸੀਂ ਉਹ ਕੰਮ ਕਰ ਸਕਦੇ ਹਾਂ ਜੋ ਪਹਿਲਾਂ ਤੋਂ ਹੀ ਪਰਮੇਸ਼ਵਰ ਦੇ ਵਾਅਦੇ ਵਿੱਚ ਪੂਰਾ ਹੋ ਗਿਆ ਹੈ। ਮੈਨੂੰ ਆਸ ਹੈ ਕਿ ਸਿਯੋਨ ਦੇ ਸਾਡੇ ਸਭ ਪਿਆਰੇ ਪਰਿਵਾਰ ਦੇ ਮੈਂਬਰ ਹਮੇਸ਼ਾ ਇਸ ਬਾਰੇ ਸੋਚਣਗੇ ਕਿ ਸੰਸਾਰ ਵਿੱਚ ਕੀਮਤੀ ਮੰਨੀ ਜਾਣ ਵਾਲੀ ਚੀਜ਼ਾਂ ਦੀ ਤੁਲਨਾ ਵਿੱਚ ਸਵਰਗ ਦੀ ਕੀਮਤ ਕਿੰਨੀ ਜ਼ਿਆਦਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਸਾਰੇ ਸਵਰਗ ਤੋਂ ਬਹੁਤ ਸਾਰੀਆਂ ਆਸੀਸ਼ਾਂ ਪ੍ਰਾਪਤ ਕਰੋ ਜੋ ਪਰਮੇਸ਼ਵਰ ਨੇ ਅੱਜ ਡੋਲੀਆਂ ਹਨ ਅਤੇ ਪਰਮੇਸ਼ਵਰ ਨੂੰ ਧੰਨਵਾਦ ਅਤੇ ਮਹਿਮਾ ਦਿਓ ਅਤੇ ਪਰਮੇਸ਼ਵਰ ਵਿੱਚ ਹਮੇਸ਼ਾ ਖੁਸ਼ ਅਤੇ ਆਨੰਦਿਤ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।